ਆਪਣੀ ਰਸਨਾ ਤੋਂ ਰੱਖਿਆ। ਸਤਿਗੁਰੂ ਗਰੀਬ ਨਵਾਜ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕਰਨਾ, ਆਪਣੇ ਨਾਲ ਤਖਤ ਤੇ ਸਤਿਗੁਰੂ ਜੀ ਨੇ ਬਿਠਾਉਣਾ। ਕਈ ਗੁਰਸਿੱਖਾਂ ਨੇ ਇਉਂ ਅਨੁਮਾਨ ਲਾਉਣਾ ਕਿ ਮਹਾਰਾਜ ਆਪਣੇ ਪੁੱਤਰ ਤੇ, ਛੋਟੇ ਪੁੱਤਰ ਤੇ ਬਹੁਤ ਦਿਆਲੂ ਨੇ। ਇਉਂ ਲੱਗਦਾ ਹੈ ਜਿਵੇਂ ਹਜ਼ੂਰ ਇਹਨਾਂ ਨੂੰ ਗੁਰਿਆਈ ਦੇਣਗੇ। ਪਰ ਜਦੋਂ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੱਚਖੰਡ ਜਦੋਂ ਗਵਨ ਕਰਨਾ ਸੀ, ਮਹਾਰਾਜ ਜੀ ਨੇ ਉਸ ਸਮੇਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ। ਮਾਤਾ ਨਾਨਕੀ ਜੀ ਨੇ ਤੇ ਸਮੇਂ ਗੁਰੂ ਜੀ ਸਾਹਿਬ ਜੀ ਦੇ ਕੋਲ ਬੇਨਤੀ ਕੀਤੀ, ਮਹਾਰਾਜ ਆਪ ਮੇਰੇ ਪੁੱਤਰ ਨਾਲ ਬੜਾ ਪਿਆਰ ਕਰਦੇ ਸੀ, ਮਹਾਰਾਜ ਹੁਣ ਸਾਨੂੰ ਕੀ ਆਗਿਆ ਹੈ। ਮਨ ਦੇ ਅੰਦਰ ਕਈ ਸਵਾਲ ਸੀ ਮਾਤਾ ਨਾਨਕੀ ਜੀ ਦੇ। ਸਤਿਗੁਰੂ ਜੀ ਨੇ ਤੇ ਸਮੇਂ ਫਿਰ ਇਹ ਵਾਕ ਕਹੇ ਸੀ, ਨਾਨਕੀ ਜਿਸ ਪੁੱਤਰ ਨੂੰ ਤੁਸੀਂ ਸਮਝਦੇ ਹੋ ਕਿ ਬੜਾ ਹੀ ਇਹ ਸਧਾਰਨ ਹੈ, ਇਸ ਪੁੱਤਰ ਦੇ ਕਰਕੇ ਹੀ ਤੁਹਾਨੂੰ ਸਾਰੀ ਕਾਇਨਾਤ ਵਿੱਚ ਜਾਣਿਆ ਜਾਵੇਗਾ। ਤੁਹਾਡੇ ਪੁੱਤਰ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਵੇਗਾ। ਧਰਮ ਦਾ ਅੰਸ਼ ਰੱਖਣ ਵਾਸਤੇ ਸੰਸਾਰ ਤੇ ਆਏ ਹੈ, ਗੁਰਿਆਈ ਇਹਨਾਂ ਦੇ ਕੋਲ ਆਵੇਗੀ। ਮਹਾਰਾਜ ਜੀ ਨੇ ਉਦੋਂ ਹੀ ਖੁਸ਼ ਹੋ ਕਰਕੇ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਧਾਰਨ ਦਾ ਵੀ ਵਰਦਾਨ ਗਰੀਬ ਨਵਾਜ ਨੇ ਦਿੱਤਾ। ਮਾਤਾ ਨਾਨਕੀ ਜੀ ਗੁਰੂ ਸਾਹਿਬ ਦੀ ਆਗਿਆ ਪਾ ਕੇ ਬਾਬਾ ਬਕਾਲਾ ਸਾਹਿਬ ਵਿੱਚ ਆ ਕਰਕੇ ਨਿਵਾਸ ਕੀਤਾ। ਇੱਥੇ ਆਪਣੇ ਜੀਵਨ ਦੇ 26 ਸਾਲ ਸਤਿਗੁਰੂ ਜੀ ਨੇ ਬੰਦਗੀ ਕੀਤੀ ਹੈ। ਹਜ਼ੂਰ ਦਾ ਪਵਿੱਤਰ ਸਥਾਨ ਗੁਰਦੁਆਰਾ ਭੋਰਾ ਸਾਹਿਬ, ਥੋੜ੍ਹੀ ਜਿਹੀ ਗੂੰਜ ਪੈਂਦੀ ਹੈ। ਗਰੀਬ ਨਵਾਜ ਬਹੁਤ ਨਿਰਵਿਰਤੀ ਵਿੱਚ ਰਹੇ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਧਿਆਨ ਨਾਲ ਆਪ ਜੀ ਦੀਆਂ ਪਰਿਕਰਮਾ ਕਰਕੇ ਗੁਰਿਆਈ ਸੌਂਪ ਦਿੱਤੀ, ਉਦੋਂ 22 ਮੰਜੀਆਂ ਲੱਗ ਗਈਆਂ ਸੀ। ਪਰ ਸਤਿਗੁਰੂ ਜੀ ਸ਼ਾਂਤ ਚਿੱਤ ਰਹੇ। ਮੱਖਣ ਸ਼ਾਹ ਨੇ ਇਹ ਸੇਵਾ ਕੀਤੀ। ਸਾਚਾ ਗੁਰ ਲਾਧੋਰੇ ਇਹ ਸੰਗਤ ਨੂੰ ਹੋਕਾ ਦਿੱਤਾ। ਗੁਰੂ ਸਾਹਿਬ ਨੇ ਦੀਵਾਨ ਸਜਾ ਕੇ ਸੰਗਤਾਂ ਨੂੰ ਦਰਸ਼ਨ ਬਖਸ਼ੇ। ਅੰਮ੍ਰਿਤਸਰ ਸਾਹਿਬ ਮਹਾਰਾਜ ਦਰਸ਼ਨ ਕਰਨ ਆਏ, ਮਸੰਦਾਂ ਦਰਵਾਜ਼ੇ ਬੰਦ ਕਰ ਲਏ। ਹਜ਼ੂਰ ਥੜਾ ਸਾਹਿਬ ਤੇ ਕੁਝ ਸਮਾਂ ਬੈਠ ਗਏ। ਫਿਰ ਮਹਾਰਾਜ ਜੀ ਵਾਪਸ ਪਰਤਣ ਲਈ ਜਦੋਂ ਵੱਲੇ ਨਗਰ ਆਏ ਹੈ, ਇੱਥੇ ਸੰਗਤਾਂ ਮਾਫੀ ਵੀ ਮੰਗੀ। ਮਹਾਰਾਜ ਨੇ ਵਰਦਾਨ ਦੇ ਬਚਨ ਵੀ ਕਹੇ। ਸਤਿਗੁਰੂ ਜੀ ਫਿਰ ਬਾਬਾ ਬਕਾਲਾ ਸਾਹਿਬ ਵਾਪਸ ਆਏ ਹੈ। ਇੱਥੋਂ ਸੋਢੀਆਂ ਦੇ ਤੀਰਮਲ ਦੇ ਈਰਖਾ ਕਰਨ ਤੋਂ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਆ ਕਰਕੇ ਨਿਵਾਸ ਕੀਤਾ। ਗਰੀਬ ਨਵਾਜ ਸਤਿਗੁਰੂ ਜੀ ਨੇ ਕੁਝ ਸਮਾਂ ਇੱਥੇ ਠਹਿਰ ਕੇ ਸਰਾਵਾਂ ਬਣਾਈਆਂ। ਆਪਣੇ ਮਾਤਾ ਜੀ ਦੇ ਨਾਮ ਤੇ ਚੱਕ ਮਾਤਾ ਨਾਨਕੀ ਸਤਿਗੁਰੂ ਜੀ ਨੇ ਨਗਰ ਵਸਾਇਆ। ਪੂਰਬ ਦੀ ਸੰਗਤ ਦੀ ਇੱਛਾ ਜਾਣ ਕੇ ਮਹਾਰਾਜ ਜੀ ਨੇ ਫਿਰ ਸਤਿਗੁਰਾਂ ਜੀ ਨੇ ਪੂਰਬ ਦੀ ਦਿਸ਼ਾ ਨੂੰ ਚਾਲਾ ਮਾਰਿਆ। ਜੋ ਪੰਥ ਵਾਲੀ ਸਤਿਗੁਰਾਂ ਜੀ ਨੇ ਲਿਖਿਆ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਇਹ ਸਤਿਗੁਰੂ ਜੀ ਨੇ ਆਪਣੇ ਅਵਤਾਰ ਧਾਰਨ ਬਾਬਤ ਲਿਖਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਵਿਚਰਦੇ ਹਜ਼ੂਰ ਪਟਨਾ ਸਾਹਿਬ ਆਏ। ਇੱਥੇ ਰਾਜਾ ਰਾਮ ਸਿੰਘ ਦੇ ਬੇਨਤੀ ਕਰਨ ਤੋਂ ਮਹਾਰਾਜ ਜੀ ਨੇ ਕਾਮਰੂ ਦੇਸ਼ ਨੂੰ ਭਾਗ ਲਾਏ। ਫਿਰ
ਰਸਤੇ ਵਿੱਚ ਸਤਿਗੁਰੂ ਜੀ ਜਦੋਂ ਸਨ ਤਾਂ ਘਰ ਵਿੱਚ ਪੰਥਵਾਲੀ ਸਤਿਗੁਰੂ ਜੀ ਦਾ ਅਵਤਾਰ ਹੋਇਆ, ਇਹ ਖਬਰ ਮਿਲੀ। ਬਹੁਤ ਖੁਸ਼ੀਆਂ ਹੋਈਆਂ। ਖਬਰ ਦੇਣ ਵਾਲੇ ਸਿੱਖ ਨੂੰ ਸਤਿਗੁਰਾਂ ਨਿਹਾਲ ਕਰ ਦਿੱਤਾ। ਗਿਆਨ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨੇ ਕਿਹਾ, ਭਾਈ ਸਿੱਖਾ, ਜੰਮਣ ਮਰਨ ਤੋਂ ਰਹਿਤ ਹੋਇਓ। ਐਡੀ ਬਖਸ਼ਿਸ਼ ਦਿੱਤੀ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ। 4 ਸਾਲ ਸਤਿਗੁਰੂ ਜੀ ਉੱਥੋਂ ਦੇ ਦੇਸ਼ਾਂ ਵਿੱਚ ਮਹਾਰਾਜ ਵਿਚਰਦੇ ਰਹੇ। 4 ਸਾਲ ਬਾਅਦ ਪਟਨਾ ਸਾਹਿਬ ਦੀ ਧਰਤੀ 'ਤੇ ਆਏ, ਜਿੱਥੇ ਬਾਹਰ ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਹੈ। ਇੱਥੇ ਪੰਥਵਾਲੀ ਸਤਿਗੁਰੂ ਜੀ ਦਾ ਆਪਣੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਪਹਿਲਾ ਮਿਲਾਪ ਹੋਇਆ। ਮਹਾਰਾਜ ਜੀ ਨੇ ਤਖਤ ਤੋਂ ਉੱਠ ਕੇ ਆਪ ਨੂੰ ਆਪਣੀ ਗੋਦ ਵਿੱਚ ਲਿਆ। ਫਿਰ ਇਹ ਉਹ ਸਮਾਂ ਸੀ ਜਦੋਂ ਹਿੰਦੁਸਤਾਨ ਦਾ ਜ਼ਾਲਮ ਬਾਦਸ਼ਾਹ ਹਿੰਦੂਆਂ ਦਾ ਧਰਮ ਨਸ਼ਟ ਕਰ ਰਿਹਾ ਸੀ, ਤਿਲਕ ਤੇ ਜੰਜੂ ਨੂੰ ਨਾਸ਼ ਕਰ ਰਿਹਾ ਸੀ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਜਾਬ ਦੀ ਧਰਤੀ ਨੂੰ ਮਹਾਰਾਜ ਜੀ ਨੇ ਚਾਲਾ ਪਾਇਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਲਿਖਿਆ ਬਚਿੱਤਰ ਨਾਟਕ ਦੇ ਅੰਦਰ, ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਾਈਨ ਦੁਲਰਾਏ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਰਾਜ ਸਾਜ ਹਮ ਪਰ ਜਬ ਆਇਓ, ਦੇਵ ਲੋਕ ਤਬ ਪਿਤਾ ਸਿਧਾਇਓ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਪਏ ਸੀ। ਆ ਕਰਕੇ ਸਾਰੇ ਪੰਡਿਤ ਮਹਾਰਾਜ ਜੀ ਨੇ ਇਹਨਾਂ ਦੀ ਧਰਮ ਦੀ ਰੱਖਿਆ ਖਾਤਰ ਇਹ ਬਚਨ ਕਹਿ ਦਿੱਤੇ ਸੀ, ਜਾਓ ਨਰੰਗੇ ਨੂੰ ਕਹੋ ਕਿ ਜੇ ਇਕੱਲੇ ਗੁਰੂ ਸਾਹਿਬ ਦੀਨ ਕਬੂਲ ਕਰ ਲੈਣਗੇ, ਅਸੀਂ ਸਾਰੀ ਹਿੰਦੂ ਕੌਮ ਪਿੱਛੇ ਦੀਨ ਕਬੂਲ ਕਰ ਲਵਾਂਗੇ। ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਹੇ ਨਾ ਛੋੜੀਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਏਡਾ ਵੱਡਾ ਪ੍ਰਣ ਮਹਾਰਾਜ ਜੀ ਨੇ ਕੀਤਾ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਤਿਗੁਰਾਂ ਜੀ ਨੇ ਚਾਲਾ ਪਾਇਆ। ਮਹਾਰਾਜ ਨੇ ਆਗਰੇ ਵਿੱਚ ਆ ਕੇ ਰਸਤੇ ਵਿੱਚ ਸਿੱਖ ਸੰਗਤਾਂ ਦੀ ਸ਼ਰਧਾ ਨੂੰ ਭਾਗ ਲਾਉਂਦਿਆਂ ਆਗਰੇ ਵਿੱਚ ਹਜ਼ੂਰ ਨੇ ਗ੍ਰਿਫਤਾਰੀ ਦਿੱਤੀ। ਭੂਤਾਂ ਦੀ ਹਵੇਲੀ 'ਚ ਡਰਾਉਣ ਲਈ ਰੱਖਿਆ। ਉੱਥੇ ਸਗੋਂ ਭੂਤ ਦੀ ਕਲਿਆਣ ਮਹਾਰਾਜ ਨੇ ਕਰ ਦਿੱਤੀ। ਹਜ਼ੂਰ ਦੀਆਂ ਜੂਠੀਆਂ ਛਿੱਲਾਂ ਮਤੀ ਦਾਸ ਜੀ ਨੇ ਮੁੱਖ ਵਿੱਚ ਪਾਈਆਂ। ਇੰਨੀ ਸ਼ਕਤੀ ਹੋ ਆਈ ਕਿ ਲੱਗਾ ਜਿਵੇਂ ਧਰਤੀ ਨੂੰ ਮੈਂ ਆਪਣੇ ਹੱਥਾਂ 'ਤੇ ਹੀ ਚੱਕ ਸਕਦਾ। ਗੁਰੂ ਸਾਹਿਬ ਨੂੰ ਕਿਹਾ, ਮਹਾਰਾਜ ਆਪ ਇੰਨਾ ਕਸ਼ਟ ਕਿਉਂ ਸਹਿੰਦੇ ਹੋ? ਜੇ ਮੁੱਖ ਨਾਲ ਨਹੀਂ ਕਹਿਣਾ ਤਾਂ ਮੈਨੂੰ ਅੱਖਾਂ ਦਾ ਇਸ਼ਾਰਾ ਹੀ ਕਰ ਦਿਓ, ਮੈਂ ਸਾਰੇ ਤੁਰਕ ਇਹ ਨਰੰਗਾ ਮੇਰੇ ਅੱਗੇ ਕੀ ਹੈ, ਇਹਨਾਂ ਦੀ ਬਾਦਸ਼ਾਹਤ ਹੀ ਖਤਮ ਕਰਦੇ ਹਾਂ, ਦਿੱਲੀ ਤੇ ਲਾਹੌਰ ਨੂੰ ਤਾੜੀ ਮਾਰ ਕੇ ਭੰਗ ਕਰਦੇ ਹਾਂ। ਹਜ਼ੂਰ ਨੇ ਵੇਖਿਆ ਸਾਡੇ ਸ਼ੀਤ ਪ੍ਰਸ਼ਾਦ ਨਾਲ ਇੰਨੀ ਸ਼ਕਤੀ ਦਾ ਅਨੁਭਵ ਹੋਇਆ ਹੈ। ਮਹਾਰਾਜ ਜੀ ਨੇ ਮਤੀ ਦਾਸ ਜੀ ਦਾ ਹੱਥ ਘੁੱਟ ਕੇ ਸਾਰੀ ਸ਼ਕਤੀ ਖਿੱਚ ਲਈ ਸੱਚੇ ਪਾਤਸ਼ਾਹ ਨੇ। ਹਜ਼ੂਰ ਕਹਿੰਦੇ, ਭਾਈ ਸਿੱਖਾ ਕਰ ਵਿਖਾ, ਜੇ ਤੇ ਕਰ ਸਕਦਾ ਤਾਂ। ਮਤੀ ਦਾਸ ਜੀ ਤੇ ਸਮੇਂ ਬਹੁਤ ਜ਼ਿਆਦਾ ਸ਼ਰਮਿੰਦਗੀ ਸਹਿਤ ਮਹਾਰਾਜ ਦੇ ਅੱਗੇ ਝੁੱਕ ਕੇ ਬੈਠ ਗਏ। ਆਖਿਆ, ਮਹਾਰਾਜ ਐਡੀ ਸ਼ਕਤੀ ਦੇ ਸਹਿਤ ਸਾਂ, ਪਰ ਆਪ ਜੀ ਦੇ ਹੱਥ ਛੂੰਹਦਿਆਂ ਹੀ ਸਾਰੀ ਸ਼ਕਤੀ ਖਿੱਚੀ ਗਈ ਹੈ। ਹਜ਼ੂਰ ਕਹਿੰਦੇ ਨੇ, ਮਤੀ ਦਾਸ ਜੇ ਸਾਡੀਆਂ ਛਿੱਲਾਂ ਚੂਪ ਕੇ ਤੈਨੂੰ ਇੰਨੀ ਸ਼ਕਤੀ ਦਾ ਸਪਰਸ਼ ਹੋ ਗਿਆ, ਕੀ ਤੂੰ ਸਾਡੇ ਵਿੱਚ ਸ਼ਕਤੀ ਨਹੀਂ ਸਮਝਦਾ? ਦੀਵਾਨ ਸਾਹਿਬ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਮੈਥੋਂ ਭੁੱਲ ਹੋ ਗਈ। ਮੈਂ ਸਮਝ ਬੈਠਾ ਕਿ ਮੈਂ ਐਡੀ ਤਾਕਤ ਦਾ ਜੇ ਮਾਲਕ ਹਾਂ ਤੇ ਗੁਰੂਦੇਵ ਦੀ ਅਵੱਗਿਆ ਇਹ ਮੁਸਲਮਾਨ ਬਾਦਸ਼ਾਹ ਕਿਉਂ ਕਰੇ? ਆਪ ਜੀ ਦੇ ਸਾਹਮਣੇ ਆਪਣੀ ਸ਼ਕਤੀ ਜਨਾਉਣ ਦਾ ਜਿਹੜਾ ਮੈਂ ਇਹ ਭੁੱਲ ਕੀਤੀ ਹੈ, ਮਹਾਰਾਜ ਮੈਨੂੰ ਇਹਦੀ ਮਾਫੀ ਦੇ ਦਿਓ। ਮੇਰੇ ਕੋਲ ਤਾਂ ਮਹਾਰਾਜੇ ਕੇਵਲ ਥੋੜ੍ਹੀ ਜਿਹੀ ਸ਼ਕਤੀ ਅਨੁਭਵ ਹੋਈ, ਆਪ ਤਾਂ ਮਹਾਰਾਜ ਸ਼ਕਤੀ ਦਾ ਸਮੁੰਦਰ ਹੋ ਸੱਚੇ ਪਾਤਸ਼ਾਹ। ਹਜ਼ੂਰ ਨੇ ਕਿਹਾ, ਸਾਡੇ ਭਾਣੇ ਵਿੱਚ ਪ੍ਰਸੰਨ ਰਹੋ। ਜੋ ਗੁਰੂ ਨਾਨਕ ਸਾਹਿਬ ਕਿਰਤ ਕਰਦੇ ਆ ਨਾ,
ਸਿੱਖ ਨੂੰ ਉਹਦੇ ਵਿੱਚ ਭਲਾ ਮਨਾਉਣਾ ਚਾਹੀਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਆਗਿਆ ਵਿੱਚ ਸੀਸ ਝੁਕਾਉਣਾ ਚਾਹੀਦਾ। ਇਹ ਸਤਿਗੁਰੂ ਜੀ ਨੇ ਆਗਿਆ ਕੀਤੀ। ਨਰੰਗੇ ਨਾਲ ਮਹਾਰਾਜ ਜੀ ਦਾ ਮਿਲਾਪ ਹੋਣਾ, ਮਿਰਚਾਂ ਦਾ ਦ੍ਰਿਸ਼ਟਾਂਤ ਦੇ ਕੇ ਸਤਿਗੁਰੂ ਜੀ ਨੇ ਪੰਥ ਦੇ ਪ੍ਰਗਟ ਹੋਣ ਦਾ ਅਗੰਮੀ ਬਚਨ ਕਹਿਣਾ। ਸੱਚੇ ਪਾਤਸ਼ਾਹ ਜੀ ਨੇ ਜਦੋਂ ਨਰੰਗੇ ਦੀਆਂ ਇਹ ਸਾਰੀਆਂ ਗੱਲਾਂ ਦਾ ਸਤਿਗੁਰੂ ਜੀ ਨੇ ਵਾਜਬ ਉੱਤਰ ਦਿੱਤਾ, ਨਰੰਗੇ ਨੇ ਸੁਖਤਾਈ ਕੀਤੀ। ਬਹੁਤ ਜ਼ਿਆਦਾ ਕਾਰਾਗ੍ਰਹਿ ਦੇ ਅੰਦਰ ਸਤਿਗੁਰੂ ਜੀ ਨੂੰ ਕੈਦ ਪਾ ਲਿਆ। ਅਨੇਕਾਂ ਪ੍ਰਕਾਰ ਦੇ ਕਸ਼ਟ ਤੇ ਤਸੀਹਿਆਂ ਦੀ ਨੇਰੀ ਚਲਾ ਦਿੱਤੀ। ਆਖਿਆ ਇਹਨਾਂ ਨੂੰ ਖਾਣ ਨੂੰ ਕੋਈ ਭੋਜਨ ਨਹੀਂ, ਪੀਣ ਨੂੰ ਕੋਈ ਪਾਣੀ ਨਹੀਂ, ਬੈਠਣ ਨਹੀਂ ਦੇਣਾ, ਨੀਂਦ ਨਹੀਂ ਲੈਣ ਦੇਣੀ। ਇਹੋ ਜਿਹੇ ਪਿੰਜਰੇ ਵਿੱਚ ਸਤਿਗੁਰੂ ਜੀ ਨੂੰ ਕੈਦ ਕਰ ਦਿੱਤਾ, ਜਿਹਦੇ ਅੰਦਰ ਤਿੱਖੇ ਤਿੱਖੇ ਕਿੱਲ ਸੀਗੇ ਤੇ ਉਹਨਾਂ ਕਿੱਲਾਂ ਨੂੰ ਜ਼ਹਿਰ ਦੀ ਪੁੱਠ ਚਾੜੀ ਹੋਈ ਸੀ। ਜਰਾ ਕੁ ਮਹਾਰਾਜ ਪਾਸਾ ਵੱਟਣ ਤੇ ਸ਼ਹੀਦੀ ਦਾ ਕਾਰਨ ਵਾਪਰ ਸਕਦਾ ਸੀ। ਇਹੋ ਜਿਹੀ ਸੰਗੀਨ ਥਾਨ ਤੇ ਖਲੋਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਨੇ ਉਸ ਵਕਤ ਇਹ ਬੈਰਾਗਮਈ ਸ਼ਲੋਕ ਸਤਿਗੁਰੂ ਜੀ ਨੇ ਉਚਾਰਨ ਕੀਤੇ ਹੈ। ਇਹਨਾਂ ਸ਼ਲੋਕਾਂ ਦੇ ਉਚਾਰਨ ਕਰਨ ਦੀ ਥਾਂ ਦਿੱਲੀ ਦੀ ਉਹ ਜੇਲ੍ਹ ਹੈ, ਇਹ ਉਥਾਨਕਾ ਵਿੱਚ ਜ਼ਿਕਰ ਆਉਂਦਾ ਹੈ, ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਦਿੱਲੀ ਦੇ ਕਾਰਾਗ੍ਰਹਿ ਦੇ ਅੰਦਰ ਸਤਿਗੁਰੂ ਜੀ ਨੇ ਬੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ। ਵਿੱਚ ਨਰੰਗੇ ਦੇ ਪ੍ਰਸ਼ਨਾਂ ਦੇ ਉੱਤਰ ਦੇ ਵੀ ਪ੍ਰਕਰਣ ਆਉਣਗੇ। ਫਿਰ ਆਨੰਦਪੁਰ ਸਾਹਿਬ ਆਏ, ਉੱਥੋਂ ਸਿੱਖਾਂ ਦੇ ਪ੍ਰਸ਼ਨਾਂ ਦੇ ਉੱਤਰ ਵੀ ਸਤਿਗੁਰੂ ਦੇਣਗੇ। ਸ਼੍ਰੀ ਮਾਤਾ ਗੁਜਰ ਕੌਰ ਜੀ ਨੂੰ ਵੀ ਸੁਨੇਹਾ ਘੱਲਣਗੇ ਇਹਨਾਂ ਸ਼ਲੋਕਾਂ ਦੇ ਅੰਦਰ ਹੀ। ਸ਼੍ਰੀ ਮਾਤਾ ਨਾਨਕੀ ਜੀ ਦੇ ਨਾਮ ਤੇ ਸਤਿਗੁਰੂ ਜੀ ਪੱਤਰ ਲਿਖਣਗੇ ਗਰੀਬ ਨਵਾਜ। ਫਿਰ ਗੁਰਿਆਈ ਜਦੋਂ ਮਹਾਰਾਜ ਇੱਥੋਂ ਧਿਆਨ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੌਂਪਣਗੇ, ਉਸ ਸਮੇਂ ਮਹਾਰਾਜ ਪਹਿਲਾਂ ਪਰਖ ਦਾ ਵੀ ਸ਼ਲੋਕ ਘੱਲਣਗੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਪਰਖ ਕਰਨਗੇ, ਫਿਰ ਸਤਿਗੁਰੂ ਜੀ ਉਹਦਾ ਉੱਤਰ ਦੇਣਗੇ। ਫਿਰ ਸਾਧ ਸੰਗਤ ਜੀ ਮਹਾਰਾਜ ਗੁਰਿਆਈ ਸੌਂਪ ਕੇ ਨਾਲ 3 ਸ਼ਲੋਕ ਸੌਂਪਣਗੇ, ਜਿੱਥੇ ਮਹਾਰਾਜ ਕਹਿਣਗੇ ਕਿ ਸੰਗ ਸਖਾ ਸਭ ਤਜ ਗਏ, ਕਉ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਐਸੇ ਸਤਿਗੁਰੂ ਜੀ ਬੈਰਾਗਮਈ ਬਚਨ ਆਪਣੇ ਸ਼੍ਰੀ ਕੰਠ ਤੋਂ ਗਰੀਬ ਨਵਾਜ ਉਚਾਰਨ ਕਰ ਰਹੇ ਹੈ। ਹਜ਼ੂਰ ਇਹੋ ਜਿਹੀ ਜੀਵਨ ਮੁਕਤ ਸਿੱਖਿਆ ਉੱਥੇ ਦੇ ਰਹੇ ਹੈ ਜਿੱਥੇ ਸਾਧ ਸੰਗਤ ਜੀ ਵੱਡੀ ਤੋਂ ਵੱਡੀ ਸ਼ਕਤੀ ਵਾਲਾ ਵੀ ਪ੍ਰਾਣੀ ਡੋਲ ਜਾਵੇ। ਕਿਉਂਕਿ ਨਰੰਗੇ ਨੇ ਕੇਵਲ ਮਹਾਰਾਜ ਦੇ ਉੱਪਰ ਸਖਤਾਈ ਨਹੀਂ ਕੀਤੀ, ਹੋਰ ਵੀ ਬਹੁਤ ਹੱਥਕੰਡੇ ਵਰਤੇ ਸੀ। ਤਵਾਰੀਖ ਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਅਜਮੇਰ ਸ਼ਰੀਫ ਦਾ ਕਾਜੀ ਸੀ ਨਾ, ਮੁੱਖ ਕਾਜੀ, ਉਹ ਬੁਲਾਇਆ ਸੀ ਉਸਨੇ, ਕਿਉਂਕਿ ਇਹਨਾਂ ਵਿੱਚ ਵੀ ਬੜੀਆਂ ਸ਼ਕਤੀਆਂ ਦਾ ਇਹ ਦਾਅਵਾ ਕਰਦੇ। ਅਤੇ ਜਿਵੇਂ ਸਾਡੇ ਵਾਸਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੈ, ਇਵੇਂ ਇਹ ਉਸ ਜਗ੍ਹਾ ਨੂੰ ਮੰਨਦੇ ਹੈ। ਅਤੇ ਉੱਥੋਂ ਦੇ ਕਾਜੀ ਨੂੰ ਤੇ ਸਮੇਂ ਜਿਹੜਾ ਅਜਮੇਰ ਸ਼ਰੀਫ ਦਾ ਕਾਜੀ ਸੀ ਉਹਨੂੰ ਬੁਲਾਇਆ। ਨਰੰਗੇ ਨੇ ਆਪਣੇ ਮਨ ਦੀ ਮਿੱਥਿਆ ਦੱਸੀ, ਕਿਹਾ ਹਿੰਦ ਦਾ ਪੀਰ, ਇਹਨੂੰ ਮੈਂ ਕਿਸੇ ਤਰ੍ਹਾਂ ਡੁਲਾ ਨਹੀਂ ਸਕਿਆ। ਜੇਕਰ ਕਿ ਇਸ ਪੀਰ ਨੂੰ ਤੁਸੀਂ ਝੁਕਾ ਦਿਓ, ਦੀਨੇ ਇਸਲਾਮ ਵਿੱਚ ਲੈ ਆਓ, ਅਤੇ ਬਹੁਤ ਵੱਡੀ ਇਸਲਾਮ ਦੀ ਸੇਵਾ ਹੋਵੇਗੀ। ਮੈਂ ਸਦਾ ਤੁਹਾਡਾ ਅਨੁਯਾਈ ਬਣਾਂਗਾ, ਬੜੇ ਵੱਡੇ ਮੁਰਾਤਬੇ ਦੇਵਾਂਗਾ। ਇਹ ਜਦੋਂ ਅਜਮੇਰ ਸ਼ਰੀਫ ਦੇ ਕਾਜੀ ਨੂੰ ਕਿਹਾ, ਬਾਦਸ਼ਾਹ ਦੀ ਖੁਸ਼ਾਮਦ ਕਰਦਾ ਸੀਗਾ ਵੀ ਸ਼ਕਤੀ ਵਾਲਾ, ਬੜੀ ਉਹਦੀ ਮਾਨਤਾ ਸੀ, ਬੜਾ ਉਹਦਾ ਪੂਜਨ ਸੀ। ਅਤੇ ਨਰੰਗੇ ਨੂੰ ਉਸ ਕਿਹਾ ਕਿ ਇਹ ਕਿਹੜੀ ਗੱਲ ਹੈ, ਮੈਂ ਤਾਂ ਥੋੜ੍ਹੇ ਸਮੇਂ 'ਚ ਹੀ ਗੁਰੂ ਸਾਹਿਬ ਨੂੰ
ਦੀਨੇ ਇਸਲਾਮ ਦੇ ਵਿੱਚ ਲੈ ਆਵਾਂਗਾ। ਇਹ ਨਰੰਗੇ ਕੋਲੇ ਇਉਂ ਕਹਿ ਕੇ ਕਾਰਾਗ੍ਰਹਿ ਵਿੱਚ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕੈਦ ਕੀਤਾ ਹੋਇਆ, ਉੱਥੇ ਜਦੋਂ ਆਇਆ, ਬਹੁਤ ਮੌਲਾਨੇ ਕਾਜੀ ਇਹਦੇ ਨਾਲ ਹੈ, ਬੜੇ ਇਹਨਾਂ ਦੇ ਚਿਹਰੇ ਪ੍ਰਭਾਵਸ਼ਾਲੀ ਨੇ, ਬੜੀ ਇਹ ਇਬਾਦਤ ਕਰਦੇ ਹੈ, ਬੜੀ ਇਹ ਅੱਲਾ ਦੇ ਵਿੱਚ ਸੁਰਤ ਜੋੜਦੇ ਹੈ। ਪਰ ਵਿਚਾਰਿਆਂ ਨੂੰ ਇਹ ਪਤਾ ਹੀ ਨਹੀਂ ਕਿ ਜਿੱਥੇ ਅਸੀਂ ਜਾ ਰਹੇ ਹਾਂ ਉਹ ਆਪ ਖੁਦ ਅੱਲਾ ਦਾ ਹੀ ਰੂਪ ਨੇ। ਬੜਾ ਹੀ ਪ੍ਰਤਾਪ ਸੀ ਚਿਹਰਿਆਂ 'ਤੇ ਇਹਨਾਂ ਕਾਜ਼ੀਆਂ ਦੇ, ਅਤੇ ਬੜਾ ਇਹਨਾਂ ਨੂੰ ਮਾਣ ਸੀ ਆਪਣੇ ਧਾਰਮਿਕ ਹੋਣ 'ਤੇ, ਆਪਣੀਆਂ ਸ਼ਕਤੀਆਂ ਦੇ ਉੱਤੇ ਬੜਾ ਗਰੂਰ ਸੀ। ਪਰ ਜਦੋਂ ਕਾਰਾਗ੍ਰਹਿ ਦੇ ਅੰਦਰ ਪ੍ਰਵੇਸ਼ ਹੋਏ, ਹਜ਼ੂਰ ਨੂੰ ਭਾਵੇਂ ਕਿੰਨੇ ਦਿਨ ਤੋਂ ਭੋਜਨ ਨਹੀਂ ਖਾਣ ਨੂੰ ਦਿੱਤਾ, ਪਾਣੀ ਨਹੀਂ ਪੀਣ ਨੂੰ ਦਿੱਤਾ, ਮਹਾਰਾਜ ਨੂੰ ਬੈਠਣ ਤੱਕ ਨਹੀਂ ਦਿੱਤਾ, ਸੌਣ ਤੱਕ ਨਹੀਂ ਦਿੱਤਾ। ਮਨ ਵਿੱਚ ਸੋਚ ਰਹੇ ਸੀ, ਇੰਨੀਆਂ ਸਜ਼ਾਵਾਂ ਦਾ ਕਹਿਰ ਜਿਸ ਪ੍ਰਾਣੀ 'ਤੇ ਹੋਵੇ, ਉਹਦੇ ਚਿਹਰੇ ਦੀ ਦਸ਼ਾ ਵਿਗੜ ਜਾਂਦੀ ਹੈ, ਉਹਦੇ ਮਸਤਕ 'ਤੇ ਨੂਰ ਨਹੀਂ ਰਹਿੰਦਾ, ਆਬਾ ਨਹੀਂ ਰਹਿੰਦੀ। ਪਰ ਜਦੋਂ ਇਹ ਅਜਮੇਰ ਸ਼ਰੀਫ ਦਾ ਕਾਜੀ ਕਾਰਾਗ੍ਰਹਿ ਦੇ ਅੰਦਰ ਪ੍ਰਵੇਸ਼ ਹੋਇਆ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਪਿੰਜਰੇ 'ਚ ਖੜੇ, ਸਤਿਗੁਰੂ ਜੀ ਦਾ ਜਿਸ ਵਕਤ ਦਰਸ਼ਨ ਕੀਤਾ, ਇਹੋ ਜਿਹਾ ਮਸਤਕ 'ਤੇ ਡਲਕੂੰ ਡਲਕੂੰ ਕਰਦਾ ਹੋਇਆ ਪ੍ਰਤਾਪ, ਸਤਿਗੁਰੂ ਜੀ ਦਾ ਨੂਰਾਨੀ ਚਿਹਰਾ ਵੇਖ ਕੇ ਜਿਹੜਾ ਸੀ ਇਹ ਕਾਜੀ ਅਜਮੇਰ ਸ਼ਰੀਫ ਦਾ, ਇਹਦੇ ਮਨ ਦੇ ਅੰਦਰ ਭੈ ਪੈਦਾ ਹੋ ਗਿਆ, ਡਰ ਗਿਆ ਸਤਿਗੁਰੂ ਜੀ ਦੇ ਪ੍ਰਤਾਪ ਨੂੰ ਵੇਖ ਕਰਕੇ। ਜਦੋਂ ਹਜ਼ੂਰ ਦੇ ਕੋਲ ਆਇਆ, ਇਹਨੇ ਬਹੁਤ ਸਾਰਾ ਆਪਣੇ ਦੀਨੇ ਇਸਲਾਮ ਦਾ ਜਿਹੜਾ ਸੀ ਉਹਦਾ ਜਸ ਕੀਤਾ, ਵਡਿਆਈ ਕੀਤੀ ਕਿ ਮਹਾਰਾਜ ਦੀਨੇ ਇਸਲਾਮ ਵਿੱਚ ਆਉਣਾ ਬੁਰਿਆਈ ਕੀ ਹੈ। ਵੇਖੋ, ਜਦੋਂ ਸਾਰੀ ਰਿਆਇਆ ਇਹਨੂੰ ਹੀ ਲਾਭ ਹੈ, ਲੋਕ ਪਰਲੋਕ ਦਾ ਸੁੱਖ ਹੈ, ਫਿਰ ਤੁਸੀਂ ਦੀਨੇ ਇਸਲਾਮ ਨੂੰ ਕਿਉਂ ਨਹੀਂ ਖੁਸ਼ੀ ਖੁਸ਼ੀ ਕਬੂਲ ਕਰਦੇ। ਫਿਰ ਸਤਿਗੁਰੂ ਜੀ ਨੇ ਇਸ ਕਾਜੀ ਦੇ ਵਾਜਬ ਪ੍ਰਸ਼ਨਾਂ ਦੇ ਸਤਿਗੁਰਾਂ ਨੇ ਵਾਜਬੀ ਉੱਤਰ ਦਿੱਤੇ। ਕਿਹਾ ਕਿ ਕਾਜੀ, ਕੋਈ ਵੀ ਆਪਣੇ ਧਰਮ ਨੂੰ ਛੱਡ ਕਰਕੇ ਦੂਸਰੇ ਧਰਮ ਵਿੱਚ ਜਾ ਕਰਕੇ ਪ੍ਰਵੇਸ਼ ਕਰਨਾ ਸਿਆਣਾ ਪੁਰਖ ਚੰਗਾ ਨਹੀਂ ਸਮਝਦਾ, ਕਿਉਂਕਿ ਮੌਤ ਸਾਰਿਆਂ ਦੇ ਸਿਰ ਦੇ ਉੱਤੇ ਇੱਕੋ ਜਿਹੀ ਹੈ। ਮੁਸਲਮਾਨ ਬਣਿਆ ਕਿਹੜਾ ਕੋਈ ਮਰਦਾ ਨਹੀਂ, ਜਦੋਂ ਮਰਨਾ ਸਾਰਿਆਂ ਦੇ ਸਿਰ 'ਤੇ ਇੱਕੋ ਜਿਹਾ। ਸਿਆਣਾ ਪੁਰਖ ਕੋਈ ਵੀ ਆਪਣਾ ਧਰਮ ਛੱਡ ਕਰਕੇ ਫਿਰ ਜਿਹੜਾ ਹੈ ਬੇਧਰਮਾ ਹੋ ਕਰਕੇ ਮਰਨਾ ਪਸੰਦ ਨਹੀਂ ਕਰਦਾ। ਕਾਜੀ ਨੇ ਬੜੀਆਂ ਸਾਰੀਆਂ ਗੱਲਾਂ ਕੀਤੀਆਂ। ਅਖੀਰ ਜਦੋਂ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰਨ ਲੱਗਾ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਸਪਰਸ਼ ਕਰਕੇ ਸ਼ਕਤੀ ਖਿੱਚਣ ਲੱਗਾ ਕਿ ਮੈਂ ਮਹਾਰਾਜ ਦੀ ਸ਼ਕਤੀ ਖਿੱਚ ਲਾਂਗਾ। ਹੁਣ ਦੀਵੇ ਦੀ ਲਾਟ ਸੂਰਜ ਦੀ ਰੌਸ਼ਨੀ ਨੂੰ ਕਹੇ ਕਿ ਮੈਂ ਸੂਰਜ ਦੀ ਰੌਸ਼ਨੀ ਖਿੱਚ ਕੇ ਆਪਣੇ ਵਿੱਚ ਜਜ਼ਬ ਕਰ ਲਵਾਂਗਾ, ਦੀਵਾ ਕਿਵੇਂ ਕਰ ਸਕਦਾ ਹੈ। ਇਸ ਮੰਤਵ ਨਾਲ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜੋ ਸਤਿਗੁਰੂ ਜੀ ਦਾ ਉਸ ਪਿੰਜਰੇ ਵਿੱਚੋਂ ਥੋੜ੍ਹਾ ਜਿਹਾ ਹਸਤ ਕਮਲ ਮਹਾਰਾਜ ਜੀ ਦਾ ਬਾਹਰ ਸੀ, ਹਜ਼ੂਰ ਦੇ ਹਸਤ ਕਮਲ ਨੂੰ ਜਦੋਂ ਇਸ ਨੇ ਛੋਹਿਆ, ਇਹਦੀ ਸਾਰੀ ਸ਼ਕਤੀ ਐਂ ਖਿੱਚੀ ਗਈ ਜਿਵੇਂ ਬਾਲਕ ਛੋਟੀ ਜੀ ਪਾਈਪ ਲਾ ਕੇ ਗਲਾਸ 'ਚੋਂ ਪਾਣੀ ਖਿੱਚ ਲੈਂਦੇ। ਇਉਂ ਸਤਿਗੁਰੂ ਜੀ ਨੇ ਸਾਰੀ ਸ਼ਕਤੀ ਜਦੋਂ ਖਿੱਚ ਲਈ, ਸ਼ਕਤੀ ਤੋਂ ਖਾਲੀ ਹੋ ਗਿਆ। ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ ਅਜਮੇਰ ਸ਼ਰੀਫ ਦਾ ਕਾਜੀ। ਨਾਲ ਆਏ ਮੁਲਾਨੇ ਵੇਖ ਰਹੇ ਸੀ। ਸਾਡਾ ਵੱਡਾ ਕਾਜੀ ਗੁਰਦੇਵ ਦੀ ਸ਼ਰਨੀ ਪੈ ਗਿਆ। ਆਖਿਆ, ਮਹਾਰਾਜ ਮੇਰੀ ਸ਼ਕਤੀ ਮੋੜ ਦਿਓ ਸੱਚੇ ਪਾਤਸ਼ਾਹ, ਆਪ ਤਾਂ ਦਿਆਲੂ ਹੋ, ਕਿਰਪਾਲੂ ਹੋ। ਮਹਾਰਾਜ ਕਹਿੰਦੇ, ਕਾਜੀ ਅਸੀਂ ਤਾਂ ਤੈਨੂੰ ਕੁਝ ਨਹੀਂ ਆਖਿਆ। ਕਹਿੰਦਾ, ਮਹਾਰਾਜ ਕਿਰਪਾ ਕਰੋ ਮੇਰੀ ਸ਼ਕਤੀ ਮੋੜ ਦਿਓ। ਸਤਿਗੁਰਾਂ ਜੀ ਨੇ ਫਿਰ ਇਹਨੂੰ ਸ਼ਕਤੀ ਦੇ ਸਹਿਤ ਕਰ ਦਿੱਤਾ, ਕਿਉਂਕਿ ਸਮੁੰਦਰ ਵਿੱਚੋਂ ਜੇ ਕੋਈ ਗਲਾਸ ਪਾਣੀ ਕੱਢ ਲਵੇ ਤੇ ਸਮੁੰਦਰ ਦਾ ਕੀ ਘਟਣਾ, ਸਮੁੰਦਰ 'ਚ ਕੋਈ ਗਲਾਸ ਪਾਣੀ ਪਾ ਦੇਵੇ ਤੇ ਸਮੁੰਦਰ ਦਾ ਕੀ ਵਧਣਾ ਹੈ।
ਸਤਿਗੁਰੂ ਜੀ ਤਾਂ ਸਾਗਰ ਰੂਪ ਨੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਸ ਕਾਜੀ ਨੇ ਨਰੰਗੇ ਨੂੰ ਜਾ ਕੇ ਕਿਹਾ, ਬਾਦਸ਼ਾਹ ਜੇ ਆਪਣੇ ਰਾਜ ਦੀ ਸਲਾਮਤੀ ਚਾਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਪੈ ਜਾ, ਸਤਿਗੁਰੂ ਨੂੰ ਤੂੰ ਚੁਕਾ ਨਹੀਂ ਸਕੇਗਾ। ਇਹ ਉਸ ਕਾਜੀ ਨੇ ਵੀ ਵਾਕ ਕਹੇ ਸੀ, ਪਰ ਨਰੰਗਾ ਬੜਾ ਜ਼ਾਲਮ ਸੀ, ਬੜਾ ਆਪਣੀ ਜਿੱਦ ਦਾ ਪੱਕਾ ਸੀ। ਸਤਿਗੁਰੂ ਜੀ ਦੇ ਕੋਲ ਜਿਵੇਂ ਜਿਵੇਂ ਸਿੱਖਾਂ ਦਾ ਆਉਣਾ, ਤਿਵੇਂ ਤਿਵੇਂ ਸ਼ਲੋਕਾਂ ਵਿੱਚ ਪ੍ਰਕਰਣ ਆਉਣਗੇ। ਮਹਾਰਾਜ ਜੀ ਸੱਚੇ ਪਾਤਸ਼ਾਹ ਜਿਵੇਂ ਬਖਸ਼ਿਸ਼ ਕਰ ਰਹੇ ਹੈ। ਅੱਜ ਇੱਕ ਸ਼ਲੋਕ ਦੀ ਕਥਾ ਆਪਾਂ ਕਰਦੇ ਹਾਂ, ਫਿਰ ਜਿਵੇਂ ਸਤਿਗੁਰੂ ਜੀ ਨੂੰ ਪਾਇਆ ਥੋੜ੍ਹੀ ਥੋੜ੍ਹੀ ਕਥਾ ਰੋਜ਼ ਹੋਵੇਗੀ। ਜਿੰਨੇ ਦਿਨ ਇੱਥੇ ਸਤਿਗੁਰੂ ਜੀ ਨੇ ਕਥਾ ਦੀ ਸੇਵਾ ਬਖਸ਼ੀ ਹੈ ਸੈਕਰਾਮੈਂਟੋ ਦੇ ਅੰਦਰ, ਤੋ ਮਹਾਰਾਜ ਜਿਵੇਂ ਬਖਸ਼ਿਸ਼ ਕਰਦੇ ਆਓ, ਪਿਆਰ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚੇ ਪਾਤਸ਼ਾਹ ਜੀ ਇਹ ਪਾਵਨ ਬੀਜ ਮੰਤਰ ਉਚਾਰ ਕੇ ਬਾਣੀ ਦੀ ਪ੍ਰਾਰੰਭਤਾ ਕਰਦੇ ਹੈ। ਵਾਹਿਗੁਰੂ ਮੰਤਰ ਨੂੰ ਵੀ ਭਾਈ ਗੁਰਦਾਸ ਸਾਹਿਬ ਨੇ ਬੀਜ ਮੰਤਰ ਆਖਿਆ ਹੈ। ਇਹ ਸਾਰੀ ਬਾਣੀ ਦਾ ਮੂਲ ਹੈ, ਇਸ ਨੂੰ ਵੀ ਬੀਜ ਮੰਤਰ ਕਿਹਾ ਜਾਂਦਾ ਹੈ। ਇੱਕ ਓੰਕਾਰ ਨੂੰ ਵੀ ਬੀਜ ਮੰਤਰ ਆਖਿਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮੰਗਲਾਚਰਨ ਕਰਦੇ ਹੈ, ਅਦੁੱਤੀ ਪਰਮੇਸ਼ਰ ਇੱਕ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਭ ਦੀ ਉਤਪਤੀ ਉਹਦੇ ਵਿੱਚੋਂ ਹੋਈ ਹੈ ਤੇ ਉਹਦੇ ਵਿੱਚ ਹੀ ਸਭ ਲੈ ਹੋ ਜਾਣਗੇ। ਪਰਮੇਸ਼ਰ ਸਭ ਦੀ ਉਤਪਤੀ ਕਰਦਾ, ਪਾਲਣਾ ਕਰਦਾ, ਲੈਤਾ ਕਰਦਾ ਹੈ। ਸੰਸਾਰ ਦੀ ਆਰੰਭਤਾ ਵੀ ਉਹਦੇ ਤੋਂ ਹੀ ਹੈ, ਸੰਸਾਰ ਦੀ ਅਸਥਿਤੀ ਵੀ ਉਹਦੇ ਤੋਂ ਹੀ ਹੈ ਤੇ ਸੰਸਾਰ ਦੀ ਸਮਾਪਤੀ ਵੀ ਉਹਦੇ 'ਚ ਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਤਿੰਨਾਂ ਕਾਲਾਂ ਵਿੱਚ ਉਹ ਸਤਿ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਸ਼ਲੋਕ ਮਹੱਲਾ ਨਵਾਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਸ਼ਲੋਕ ਦਾ ਸਰਲੇਖ ਰੱਖ ਕੇ ਜਿਵੇਂ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਛਪੇ ਦੀਆਂ ਚਾਲਾਂ ਉਚਾਰਨ ਕੀਤੀਆਂ ਹਨ, ਇਹਦੇ ਵਿੱਚ ਦੋਹਰਿਆਂ ਦੀਆਂ ਚਾਲਾਂ ਵੀ ਭਾਵੇਂ ਆਉਣਗੀਆਂ, ਪਰ ਸਤਿਗੁਰੂ ਜੀ ਨੇ ਬਾਣੀ ਦਾ ਨਾਮ ਸ਼ਲੋਕ ਰੱਖਿਆ ਹੈ। ਇਹ ਸਤਿਗੁਰੂ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਬੈਰਾਗਮਈ ਸਤਿਗੁਰਾਂ ਨੇ ਸਿੱਖਿਆ ਬਖਸ਼ਿਸ਼ ਕੀਤੀ ਹੈ, ਜੋ ਸਰੂਪ ਦੀ ਪ੍ਰਾਪਤੀ ਕਰਾਉਂਦਾ ਹੈ, ਸਵੈ ਲੋਕ ਦੀ ਪ੍ਰਾਪਤੀ ਕਰਵਾਉਂਦਾ ਹੈ। ਐਸਾ ਸ਼ਲੋਕ ਨਾਮੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜ਼ੂਰ ਆਪਣੇ ਮੁਖ ਤੋਂ ਉਚਾਰਦੇ ਨੇ। ਗੁਣ ਗੋਬਿੰਦ ਗਾਇਓ ਨਹੀਂ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ, ਇਹ ਜੀਵ ਜੋ ਪ੍ਰਿਥਵੀ ਦਾ ਪਾਲਕ ਹੈ ਨਾ ਪਰਮੇਸ਼ਰ, ਗੋ ਕਹੀਏ ਇੰਦਰੀਆਂ, ਬਿੰਦ ਕਹੀਏ ਪ੍ਰਕਾਸ਼ਕ, ਜੋ ਇੰਦਰੀਆਂ ਦਾ ਪ੍ਰਕਾਸ਼ਕ ਹੈ ਵਾਹਿਗੁਰੂ, ਉਹਦੇ ਗੁਣਾਂ ਨੂੰ ਜੇ ਕਰਕੇ ਨਹੀਂ ਗਾਇਆ ਤੇ ਜੇ ਆਪਾਂ ਕਹੀਏ ਅੱਛਾ ਨਹੀਂ ਜਪਿਆ ਤਾਂ ਕੀ ਹੋਵੇਗਾ, ਕਿਉਂਕਿ ਨਾਮ ਦੇ ਜਪਣ ਨਾਲ ਵੱਡਾ ਫਲ ਪ੍ਰਾਪਤ ਹੁੰਦਾ ਹੈ। ਪਰ ਜੇਕਰ ਕਿ ਸੰਸਾਰ ਵਿੱਚ ਖੱਚਤ ਹੋਇਆ ਜੀਵ ਕਹਿੰਦਾ ਜੇ ਨਹੀਂ ਜਪਿਆ ਤਾਂ ਫਿਰ ਕੀ ਹੋਵੇਗਾ। ਹਜ਼ੂਰ ਕਹਿੰਦੇ ਜੇ ਕਰਕੇ ਤੂੰ ਵਾਹਿਗੁਰੂ ਦੇ ਗੁਣਾਂ ਨੂੰ ਮਨੁੱਖਾ ਜਨਮ ਧਾਰ ਕੇ ਨਹੀਂ ਗਾਇਆ ਤਾਂ ਜਨਮ ਅਕਾਰਥ ਕੀਨ, ਫਿਰ ਤੇਰਾ ਸਾਰਾ ਜਨਮ ਹੀ ਤੂੰ ਵਿਅਰਥ ਗਵਾ ਲਿਆ। ਤੇਰਾ ਜਨਮ ਸਾਰਾ ਹੀ ਅਕਾਰਥ ਚਲਿਆ ਗਿਆ, ਭਾਵ ਕਿਸੇ ਵੀ ਅਰਥ ਨਹੀਂ ਆਇਆ। ਕਿਸੇ ਤਰ੍ਹਾਂ ਵੀ ਕੋਈ ਤੂੰ ਦੇਹ ਦਾ ਲਾਹਾ ਨਹੀਂ ਖੱਟਿਆ, ਤੂੰ ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਨਾਮ ਨਹੀਂ ਜਪਿਆ। ਜੇ ਕਰਕੇ
ਵਿਸ਼ਰਾਮ, ਕਿਉਂਕਿ ਹੈ ਤਾਂ ਇਸੇ ਤਰ੍ਹਾਂ ਹੀ ਪਰ ਅਰਥਾਂ ਤੋਂ ਇਉਂ ਹੀ ਕਰਦੇ ਐ। ਗੁਣ ਗੋਬਿੰਦ ਗਾਇਓ, ਜੇ ਕਰਕੇ ਤੂੰ ਗੋਬਿੰਦ ਦੇ ਗੁਣਾਂ ਨੂੰ ਗਾਇਆ ਹੈ, ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ, ਨਹੀਂ ਜਨਮ ਅਕਾਰਥ ਕੀਨ, ਫਿਰ ਤੂੰ ਆਪਣਾ ਜਨਮ ਅਕਾਰਥ ਵਿਅਰਥ ਨਹੀਂ ਕੀਤਾ, ਫਿਰ ਤੇਰਾ ਜਨਮ ਸਕਾਰਥ ਹੋ ਗਿਆ, ਸਫਲਾ ਹੋ ਗਿਆ ਤੇਰਾ ਮਨੁੱਖਾ ਜਨਮ। ਵਾਹਿਗੁਰੂ ਦਾ ਭਜਨ ਕਰਨ ਨਾਲ ਹੀ ਜਿਹੜੀ ਹੈ ਨਾ ਕਾਇਆ ਸਫਲ ਹੁੰਦੀ ਹੈ, ਨਹੀਂ ਤਾਂ ਇਹ ਬੜੀ ਦੁਰਲੱਭ ਮਿਲੀ ਹੋਈ ਕਾਇਆ ਤੇਰੇ ਹੱਥੋਂ ਗਵਾਚ ਜਾਏਗੀ। ਕਾਇਆ ਹਾਂਡੀ ਕਾਠ ਕੀ, ਨਾ ਉਹ ਚਰੈ ਬਹੋਰ। ਜਿਵੇਂ ਕਾਠ ਦੀ ਹਾਂਡੀ ਨਹੀਂ ਨਾ ਦੁਬਾਰਾ ਅੱਗ ਤੇ ਚੜ੍ਹਦੀ, ਇਸ ਤਰ੍ਹਾਂ ਇਹ ਤੇਰੀ ਮਨੁੱਖਾ ਦੇਹੀ ਤੈਨੂੰ ਦੁਬਾਰਾ ਨਹੀਂ ਪ੍ਰਾਪਤ ਹੋਣੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਜੇ ਕਰਕੇ ਤੂੰ ਗੋਬਿੰਦ ਦੇ ਗੁਣਾਂ ਨੂੰ ਨਹੀਂ ਗਾਇਆ, ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਤਾਂ ਮਹਾਰਾਜ ਨੇ ਕਿਹਾ ਨਾ, ਬਿਨ ਭਜਨ 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 ਅਹਲਾ ਜਨਮ ਗਈ। ਤੇਰਾ ਅਮੋਲਕ ਜਨਮ ਜਿਹੜਾ ਭਜਨ ਤੋਂ ਬਿਨਾਂ ਨਹੀਂ ਮਨ ਕਰਕੇ ਗਾਇਆ, ਨਹੀਂ ਬਾਣੀ ਕਰਕੇ ਗਾਇਆ, ਨਹੀਂ ਸਰੀਰ ਕਰਕੇ ਗਾਇਆ, ਤੇ ਸਤਿਗੁਰੂ ਜੀ ਕਹਿੰਦੇ ਨੇ ਅਕਾਰਥ ਕਰ ਲਿਆ, ਵਿਅਰਥ ਕਰ ਲਿਆ, ਤੂੰ ਆਪਣੇ ਸਾਰੇ ਜੀਵਨ ਨੂੰ ਬਰਬਾਦ ਕਰ ਲਿਆ ਏ। ਕਹੋ ਨਾਨਕ ਹਰ ਭਜ ਮਨਾ। ਹਜੂਰ ਮਨ ਦੇ ਪ੍ਰਥਾਏ ਸਿੱਖਿਆ ਦਿੰਦੇ ਆ ਸੱਚੇ ਪਾਤਸ਼ਾਹ। ਹੇ ਮੇਰੇ ਮਨਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਆ, ਸਤਿਗੁਰੂ ਗਰੀਬ ਨਵਾਜ ਕਹਿੰਦੇ, ਹੇ ਮੇਰੇ ਮਨਾ, ਵਾਹਿਗੁਰੂ ਦਾ ਭਜਨ ਕਰਿਆ ਕਰ। ਸਤਿਗੁਰੂ ਜੀ ਕਿਵੇਂ ਭਜਨ ਕਰਨਾ ਚਾਹੀਦਾ, ਕਿਉਂਕਿ ਭਜਨ ਦੀ ਵਿਧੀ ਵੀ ਪੁੱਛਦਾ ਰਹਿੰਦਾ ਹੈ ਮਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਭਜਨ ਦੇ ਕਰਨ ਦਾ ਤਰੀਕਾ ਦੱਸਦੇ ਆ, ਹਜੂਰ ਵਿਧੀ ਦੱਸਦੇ ਹਨ। ਜੇਹ ਬੇਦ ਜਲ ਕਉ ਮੀਨ। ਜਿਸ ਤਰ੍ਹਾਂ ਮਹਾਰਾਜ ਕਹਿੰਦੇ ਮੱਛੀ ਪਾਣੀ ਨੂੰ ਚੇਤੇ ਕਰਦੀ, ਭਾਵ ਸਿਮਰਦੀ ਹੈ ਨਾ, ਪਾਣੀ 'ਚ ਹੋਵੇ ਤੇ ਉਹਨੂੰ ਪਾਣੀ ਦੀ ਸਾਰ ਨਹੀਂ ਹੁੰਦੀ, ਪਰ ਜਦੋਂ ਪਾਣੀ ਤੋਂ ਕੱਢੀ ਦੀ ਆ ਬਾਹਰ, ਇਹ ਸਤਿਗੁਰੂ ਜੀ ਨੇ ਵਾਕ ਕਹੇ ਆ, ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ। ਇਹ ਮੱਛੀ ਦੀ ਪ੍ਰੀਤ ਦੱਸੀ ਆ ਪਾਣੀ ਦੇ ਨਾਲ। ਉਹਨੂੰ ਸ਼ਿਕਾਰੀ ਲੋਕ, ਮਾਛੀ ਲੋਕ ਪਕੜ ਕੇ ਜਿਹੜਾ ਕਈ ਪ੍ਰਕਾਰ ਨਾਲ ਉਹਨੂੰ ਪਹਿਲਾਂ ਸਿੱਧਾ ਚੀਰਾ ਦਿੰਦੇ, ਫਿਰ ਉਹਦੇ ਟੁਕੜੇ ਟੁਕੜੇ ਕਰ ਦਿੰਦੇ ਆ, ਤੇ ਬਹੁਤ ਤਰੀਕਿਆਂ ਨਾਲ ਉਹਨੂੰ ਰਿੰਨ ਸਿੱਟਦੇ ਆ, ਤਲ ਦਿੰਦੇ ਆ, ਉਬਾਲ ਦਿੰਦੇ ਆ, ਤੇ ਖਾਣ ਵਾਲੇ ਸ਼ੌਕੀਨ ਲੋਕ ਦੰਦਾਂ ਥੱਲੇ ਚਿੱਥ ਚਿੱਥ ਕੇ ਉਹਦਾ ਭੋਜਨ ਵੀ ਕਰ ਲੈਂਦੇ ਆ। ਤੇ ਪਰ ਫਿਰ ਵੀ ਇੰਨੀ ਠੰਡ ਵਿੱਚ ਜੇ ਮੱਛੀ ਖਾਧੀ ਹੋਵੇ ਤੇ ਬਾਰ-ਬਾਰ ਉਹਨੂੰ ਪਿਆਸ ਲੱਗਦੀ ਹੈ। ਜੇ ਕੋਈ ਪੁੱਛੇ ਵੀ ਇੰਨਾ ਪਾਣੀ ਪੀਵੀ ਜਾਂਦਾ, ਕਹਿੰਦਾ ਮੱਛੀ ਖਾਧੀ ਹੋਈ ਹੈ। ਇਸ ਤਰ੍ਹਾਂ ਮੱਛੀ ਨੂੰ ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਨੀ, ਅੰਦਰ ਪਾਣੀ ਤਾਂ ਵੀ ਨਹੀਂ ਵਿਸਰਿਆ ਮੱਛੀ ਨੂੰ। ਮਹਾਰਾਜ ਕਹਿੰਦੇ ਨੇ, ਜਿਹ ਬਿਦ ਜਲ ਕੋ ਮੀਨ। ਜਿਸ ਤਰੀਕੇ ਨਾਲ ਮੀਨ ਮੱਛੀ ਜਲ ਵਿੱਚ ਹੀ ਉਸ ਦਾ ਜੀਵਨ ਹੈ ਨਾ, ਤੂੰ ਵਾਹਿਗੁਰੂ ਦੇ ਭਜਨ ਵਿੱਚ ਆਪਣਾ ਜੀਵਨ ਸਮਝ। ਤੈਨੂੰ ਤਾਂ ਥੋੜ੍ਹਾ ਜਿਹਾ ਕੋਈ ਰੋਗ ਆ ਜੇ ਤਾਂ ਕਹਿੰਦਾ ਨਿਤਨੇਮ ਨਹੀਂ ਹੋਇਆ, ਮੱਛੀ ਨੂੰ ਤੇ ਕੱਟ ਸਿੱਟਿਆ ਉਹ ਤਾਂ ਵੀ ਪਾਣੀ ਨਹੀਂ ਛੱਡਿਆ ਉਸਨੇ, ਮੱਛੀ ਨੂੰ ਤਾਂ ਰਿੰਨ ਸਿੱਟਿਆ ਤਾਂ ਵੀ ਪਾਣੀ ਨਹੀਂ ਉਹਦੇ ਕੋਲ ਛੁਟਕਿਆ, ਦੰਦਾਂ ਥੱਲੇ ਚਿੱਥ ਚਿੱਥ ਕੇ ਉਹਨੂੰ ਤਾਂ ਵੀ ਪਾਣੀ ਨਹੀਂ ਛੁਟਕਿਆ ਉਹਦੇ ਕੋਲੋਂ। ਤੇ ਤੇਰੇ ਕੋਲ ਥੋੜ੍ਹਾ ਜਿਹਾ ਵਿਹਾਰ ਸੰਸਾਰ ਦਾ ਪੈ ਗਿਆ ਤੇ ਉਸੇ ਸਮੇਂ ਹੀ ਵਾਹਿਗੁਰੂ ਦਾ ਭਜਨ ਹੀ ਛੁਟਕ ਜਾਂਦਾ ਹੈ। ਮਹਾਰਾਜ ਕਹਿੰਦੇ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਬਚ ਹੀ ਨਹੀਂ ਸਕਦੀ, ਵਾਹਿਗੁਰੂ ਦੇ ਭਜਨ ਦਾ ਆਪਣੇ ਮਨ ਨੂੰ ਮੱਛ ਬਣਾ ਲੈ। ਇਹ ਭਜਨ ਦੇ ਕਰਨ ਦੀ ਵਿਧੀ ਹੈ, ਇਹ ਭਜਨ ਦੇ ਕਰਨ ਦਾ ਤਰੀਕਾ ਹੈ। ਸਤਿਗੁਰੂ ਕਹਿੰਦੇ, ਜਿਹ ਬਿਦ ਜਲ ਕੋ ਮੀਨ। ਜਿਸ ਵਿਧ ਨਾਲ, ਜਿਸ ਤਰੀਕੇ ਨਾਲ ਮੱਛੀ ਜਲ ਨੂੰ ਸਿਮਰਦੀ ਹੈ, ਚੇਤੇ ਕਰਦੀ ਹੈ, ਜਲ ਤੋਂ ਬਿਨਾਂ ਤੜਫਦੀ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਹੈ, ਇਸ ਤਰ੍ਹਾਂ ਤਿਆਗਤ ਜਲੰ ਨਹਿ ਜੀਵ ਮੀਨੰ। ਮਹਾਰਾਜ ਕਹਿੰਦੇ, ਭਾਈ ਤਿਆਗ ਕੇ ਜਲ ਨੂੰ ਨਹੀਂ ਜਿਉਂਦੀ ਹੈ ਮੱਛੀ। ਇਸ ਤਰ੍ਹਾਂ ਸਤਿਗੁਰੂ ਕਹਿੰਦੇ, ਭਾਈ ਭਜਨ ਨੂੰ ਛੱਡ ਕਰਕੇ ਕਿਉਂ ਤੂੰ ਆਪਣੇ ਆਪ ਨੂੰ ਜਿਉਂਦਾ ਸਮਝਦਾ ਹੈ। ਹਜ਼ੂਰ ਕਹਿੰਦੇ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਹੇ ਮੇਰੇ ਮਨਾ, ਇਸ ਤਰ੍ਹਾਂ ਵਾਹਿਗੁਰੂ ਦਾ ਨਾਮ ਜਪਿਆ ਕਰ, ਜਿਸ ਤਰ੍ਹਾਂ ਮੱਛੀ ਪਾਣੀ ਦਾ ਭਜਨ ਕਰਦੀ ਹੈ, ਪਾਣੀ ਨੂੰ ਸਿਮਰਦੀ ਹੈ,
ਪਾਣੀ ਤੋਂ ਬਿਨਾਂ ਜਿੰਦੀ ਨਹੀਂ ਰਹਿੰਦੀ। ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਆਪਣਾ ਜਿਹੜਾ ਜੀਵਨ ਨਾ ਮੰਨਿਆ ਕਰ। ਮਹਾਰਾਜ ਨੇ ਕਿਹਾ ਮਰਣੰ ਬਿਸਰਣੰ ਗੋਬਿੰਦਾ ਹੈ, ਜੀਵਨੰ ਹਰ ਨਾਮ ਧਿਆਵਣ ਹੈ। ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇੱਕ ਸ਼ਲੋਕ ਅੱਜ ਹੋਇਆ ਹੈ, ਆਰੰਭਤਾ ਸੀ, ਇਸ ਕਰਕੇ ਉਥਾਨਕਾ ਵੀ ਬਹੁਤ ਸੰਖੇਪ ਵਿੱਚ ਹੀ ਬੇਨਤੀ ਕੀਤੀ ਹੈ, ਕਿਉਂਕਿ ਅੱਗੇ ਵੀ ਪ੍ਰੇਮੀ ਗੁਰਸਿੱਖਾਂ ਨੇ ਇਹ ਉਥਾਨਕਾ ਜਿਹੜੀ ਹੈ ਜੋ ਹੈ ਸ਼ਲੋਕਾਂ ਦੀ ਕਥਾ ਵਿੱਚ ਸਰਵਣ ਕੀਤੀ ਹੈ, ਪਰ ਮਰਜ਼ਾਦਾ ਮੁਤਾਬਕ ਸੰਖੇਪ ਰੂਪ ਵਿੱਚ ਬੇਨਤੀ ਕੀਤੀ ਹੈ। ਅੱਗੇ ਤੋਂ ਜਿਹੜਾ ਹੈ ਦੂਸਰਾ ਸ਼ਲੋਕ ਜਿਵੇਂ ਆਰੰਭ ਹੋਵੇਗਾ ਮਹਾਰਾਜ ਦੀ ਕਿਰਪਾ ਨਾਲ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕਉ ਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਬਿਬੇਕ। ਹੇ ਅਪਰੰਪਰ ਹਰ ਹਰੇ, ਹਹ ਪੀ ਹੋਵਨ ਹਾਰ। ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹਿਐ ਪਰੋਇ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।